ਪਿਆਰੇ ਦਰਸ਼ਕੋ, ਤੁਹਾਨੂੰ ਸਾਰਿਆਂ ਨੂੰ TWR ਪਰਿਵਾਰ ਵੱਲੋਂ ਜੈ ਮਸੀਹ ਦੀ। ਤੁਸੀਂ ਵੇਖ ਰਹੇ ਹੋ ਆਪਣਾ ਪਸੰਦੀਦਾ ਪ੍ਰੋਗਰਾਮ ਦਿਸ਼ਾ ਪਰਿਵਰਤਨ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪ੍ਰਭੂ ਯਿਸੂ ਅਤੇ ਜੀਵਨ ਦੇ ਤੂਫਾਨਾਂ ਬਾਰੇ ਚਰਚਾ ਕਰ ਰਹੇ ਸੀ। ਇਸ ਦੇ ਲਈ ਅਸੀਂ ਮਰਕੁਸ ਦੀ ਇੰਜੀਲ ਦੇ 4 ਅਧਿਆਇ ਦੀ 35 ਆਇਤ ਤੋਂ ਲੈ ਕੇ 41 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਇਹ ਜਾਣਿਆ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੂਫਾਨਾਂ ਦੀ ਮੌਜੂਦਗੀ ਹੈ। ਅਸੀਂ ਜਾਣਿਆ ਕਿ ਇਹਨਾਂ ਤੂਫਾਨਾਂ ਤੋਂ ਬਚਾਓ ਇਹਨਾਂ ਦੀ ਗੈਰ ਮੌਜੂਦਗੀ ਨਹੀਂ ਹੈ, ਪਰ ਬਚਾਓ ਪ੍ਰਭੂ ਯਿਸੂ ਜੀ ਦੀ ਹਜ਼ੂਰੀ ਹੈ। ਇਸ ਲਈ ਸਾਨੂੰ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਜੇਕਰ ਪ੍ਰਭੂ ਯਿਸੂ ਜੀ ਮੇਰੇ ਨਾਲ ਹੈ ਤਾਂ ਮੇਰਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਦੇ ਉੱਤੇ ਗੌਰ ਕਰਾਂਗੇ। ਸੋ ਦੋਸਤੋ, ਸਮੇਂ ਨੂੰ ਮਹੱਤਵਪੂਰਨ ਜਾਣਦੇ ਹੋਏ ਆਓ ਆਪਣੇ ਪ੍ਰੋਗਰਾਮ ਦੇ ਵਿੱਚ ਛੇਤੀ ਦੇ ਨਾਲ ਦਾਖਲ ਹੋਈਏ ਅਤੇ ਵੇਖੀਏ ਕਿ ਪ੍ਰਭੂ ਪਰਮੇਸ਼ਰ ਨੇ ਆਪਣੇ ਵਚਨ ਦੇ ਵਿੱਚ ਸਾਡੇ ਲਈ ਕੀ ਰੱਖਿਆ ਹੈ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। पाप दे कारण प्रीत ठंडी पै जाएगी, कई सेवक भी नहीं जा तो फिर जावणगे। पाप दे कारण प्रीत ठंडी पै जाएगी, कई सेवक। ਦੋ ਚਮਤਕਾਰ, ਜਾਂ ਸ਼ਾਇਦ ਮੈਨੂੰ ਇਹ ਕਹਿਣਾ ਚਾਹੀਦਾ ਹੈ 3। ਤੀਜਾ ਚਮਤਕਾਰ ਚੇਲਿਆਂ ਦੇ ਦਿਲਾਂ ਨੂੰ ਸ਼ਾਂਤ ਕਰਨਾ ਸੀ, ਜੋ ਪਿਛਲੇ ਦੋਵੇਂ ਚਮਤਕਾਰਾਂ ਨਾਲੋਂ ਔਖਾ ਹੋਵੇਗਾ। ਯਿਸੂ ਨੇ ਉਹਨਾਂ ਨੂੰ ਬੋਲਿਆ, ਦਰਅਸਲ ਉਹ ਨਾ ਸਿਰਫ ਉਹਨਾਂ ਨਾਲ ਬੋਲਿਆ, ਉਸ ਨੇ ਉਹਨਾਂ ਨੂੰ ਝਿੜਕਿਆ ਕਿ ਨਹੀਂ ਸੀ ਝਿੜਕਿਆ। ਉਸ ਨੇ ਪੌਣ ਨੂੰ ਦਬਕਾ ਮਾਰਿਆ ਅਤੇ ਉਸ ਨੇ ਚੇਲਿਆਂ ਨੂੰ ਵੀ ਦਬਕਾ ਮਾਰਿਆ ਅਤੇ ਕਿਹਾ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਕਿਉਂਕਿ ਸਭ ਕੁਝ ਵੇਖਣ ਤੋਂ ਬਾਅਦ ਅਤੇ ਸਭ ਕੁਝ ਅਨੁਭਵ ਕਰਨ ਤੋਂ ਬਾਅਦ ਉਹਨਾਂ ਦੇ ਦਿਲ ਹਾਲੇ ਵੀ ਬੇਪ੍ਰਤੀਤੀ ਨਾਲ ਭਰੇ ਹੋਏ ਸਨ। ਮੈਂ ਇਹ ਹਿੰਮਤ ਨਾਲ ਕਹਿ ਸਕਦਾ ਹਾਂ ਕਿ ਚੇਲਿਆਂ ਦੀ ਬੇਪ੍ਰਤੀਤੀ ਨੂੰ ਸ਼ਾਂਤ ਕਰਨ ਨਾਲੋਂ ਯਿਸੂ ਲਈ ਪੌਣ ਅਤੇ ਲਹਿਰਾਂ ਨੂੰ ਸ਼ਾਂਤ ਕਰਨਾ ਜ਼ਿਆਦਾ ਸੌਖਾ ਸੀ। ਉਹ ਡਰੇ ਹੋਏ ਚੇਲਿਆਂ ਦੀਆਂ ਆਤਮਾਵਾਂ ਨਾਲੋਂ ਗਲੀਲ ਝੀਲ ਦੀ ਤੂਫਾਨੀ ਸਤ੍ਹਾ ਨੂੰ ਛੇਤੀ ਸ਼ਾਂਤ ਕਰ ਸਕਦਾ ਸੀ। ਤੁਸੀਂ ਕਹੋਗੇ, ਖੈਰ ਪਾਸਟਰ, ਕੀ ਤੂੰ ਉਹਨਾਂ ਪ੍ਰਤੀ ਜ਼ਿਆਦਾ ਕਠੋਰ ਨਹੀਂ ਹੋ ਰਿਹਾ?
ਆਖਿਰਕਾਰ ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਉਸ ਬੇੜੀ ਵਿੱਚ ਹੁੰਦੇ ਤਾਂ ਕਿ ਤੁਸੀਂ ਨਾ ਡਰਦੇ। ਸੰਭਾਵਨਾ ਹੈ ਕਿ ਮੈਂ ਚੇਲਿਆਂ ਨਾਲੋਂ ਬਿਹਤਰ ਨਹੀਂ ਸੀ ਹੋ ਸਕਦਾ। ਇਸ ਤੋਂ ਛੁੱਟ ਜੋ ਤੁਹਾਨੂੰ ਇੱਥੇ ਜਾਣਨ ਦੀ ਲੋੜ ਹੈ, ਉਹ ਉਸ ਦੇ ਪਿੱਛੇ ਪਿੱਛੇ ਚੱਲਦੇ ਸਨ। ਚੇਲੇ ਪਹਿਲਾਂ ਤੋਂ ਹੀ ਉਪਦੇਸ਼ਾਂ ਦੀ ਲੜੀ ਵਿੱਚੋਂ ਗੁਜ਼ਰ ਚੁੱਕੇ ਸਨ। ਕੀ ਤੁਸੀਂ ਇਹ ਜਾਣਦੇ ਸੀ? ਉਹ ਉਸ ਹਰੇਕ ਲੜੀ ਵਿੱਚੋਂ ਗੁਜ਼ਰ ਚੁੱਕੇ ਸਨ ਜਿਸ ਦੇ ਬਾਰੇ ਅਸੀਂ ਹੁਣ ਤੱਕ ਗੱਲਬਾਤ ਕੀਤੀ ਹੈ। ਉਹਨਾਂ ਨੇ ਉਹ ਸਭ ਵੇਖਿਆ ਸੀ ਜੋ ਯਿਸੂ ਨੇ ਕੀਤਾ ਸੀ। ਉਹਨਾਂ ਨੇ ਉਸ ਨੂੰ ਬਿਮਾਰਾਂ ਨੂੰ ਚੰਗੇ ਕਰਦੇ ਤੇ ਭੂਤਾਂ ਨੂੰ ਕੱਢਦੇ, ਮੌਤ ਨਾਲ ਨਜਿੱਠਦੇ ਵੇਖਿਆ ਸੀ ਅਤੇ ਉਹ ਇਹਨਾਂ ਸਭਨਾਂ ਤੇ ਸ਼ਕਤੀਸ਼ਾਲੀ ਸੀ। ਹੁਣ ਨਾ ਸਿਰਫ ਉਹ ਜਿਸ ਨੇ ਇਹ ਸਭ ਕੀਤਾ ਸੀ, ਪਰ ਉਹ ਜਿਸ ਨੇ ਸਭ ਤੋਂ ਪਹਿਲਾਂ ਇਸ ਪੌਣ ਨੂੰ ਬਣਾਇਆ ਸੀ, ਸਭ ਤੋਂ ਪਹਿਲਾਂ ਪਾਣੀਆਂ ਨੂੰ ਬਣਾਇਆ ਸੀ, ਉਸ ਬੇੜੀ ਵਿੱਚ ਸੁੱਤਾ ਸੀ ਜਿਹੜੀ ਤੂਫਾਨ ਵਿੱਚ ਫਸੀ ਸੀ। ਤੁਸੀਂ ਵੇਖੋ, ਇਹੋ ਹੀ ਸਮੱਸਿਆ ਹੈ। ਤੂਫਾਨ ਤੋਂ ਡਰਨਾ ਕੋਈ ਗਲਤ ਨਹੀਂ ਸੀ। ਉਹਨਾਂ ਦੀ ਗਲਤੀ ਇਹ ਸੀ ਕਿ ਜਿਸ ਨੇ ਇਹ ਸਭ ਕੁਝ ਬਣਾਇਆ ਸੀ ਉਸ ਵੱਲ ਤਦ ਤੱਕ ਨਹੀਂ ਗਏ ਜਦੋਂ ਤੱਕ ਉਹਨਾਂ ਦਾ ਦਿਲ ਡਰ ਨਾਲ ਨਹੀਂ ਭਰਿਆ, ਅਤੇ ਫਿਰ ਉਹ ਉਸ ਕੋਲ ਸਹੀ ਭਾਵ ਨਾਲ ਨਹੀਂ ਆਏ। ਉਹ ਉਸ ਕੋਲ ਦੋਸ਼ ਲਾਉਣ ਵਾਲੇ ਸ਼ਬਦਾਂ ਨਾਲ ਆਏ, ਪ੍ਰਭੂ ਕੀ ਤੈਨੂੰ ਸਾਡੀ ਫਿਕਰ ਨਹੀਂ ਹੈ? ਤੁਸੀਂ ਵੇਖੋ, ਤੂਫਾਨ ਵਿੱਚ ਯਿਸੂ ਸਾਡੀ ਸ਼ਾਂਤੀ ਹੈ। ਤੁਹਾਡੇ ਵਿੱਚੋਂ ਕਿੰਨੇ ਜਣੇ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਕਿ ਇਹ ਸੱਚ ਨਹੀਂ ਹੈ? ਹਰੇਕ ਤੂਫਾਨ ਵਿੱਚ ਇਹ ਯਿਸੂ ਹੀ ਹੈ ਜੋ ਸਾਡੇ ਲਈ ਸ਼ਾਂਤੀ ਲੈ ਕੇ ਆਉਂਦਾ ਹੈ, ਅਤੇ ਯਿਸੂ ਹੀ ਹੈ ਜਿਸ ਨੇ ਯਹੂਨਾ 14 ਅਧਿਆਇ ਵਿੱਚ ਕਿਹਾ ਹੈ ਕਿ ਇਹ ਇਸੇ ਤਰ੍ਹਾਂ ਹੀ ਹੋਵੇਗਾ। ਉਸਨੇ ਕਿਹਾ, ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ, ਆਪਣੀ ਮੈਂ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਜਿਸ ਤਰ੍ਹਾਂ ਸੰਸਾਰ ਦਿੰਦਾ ਹੈ, ਮੈਂ ਉਸ ਤਰ੍ਹਾਂ ਤੁਹਾਨੂੰ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ। ਯਹੂਨਾ 16 ਅਧਿਆਇ ਦੀਆਂ ਕੁਝ ਐਤਾਂ ਵਿੱਚ ਯਿਸੂ ਨੇ ਕਿਹਾ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਜਗਤ ਵਿੱਚ ਤੁਹਾਨੂੰ ਕਸ਼ਟ ਹੈ, ਪਰ ਹੌਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ। ਨੰਬਰ 5, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਵਾਧਾ। ਸੋ ਤੂਫਾਨਾਂ ਦੀ ਸੁਭਾਵਨਾ ਅਤੇ ਇਸ ਦਾ ਵਿਰੋਧਬਾਜ਼, ਅਤੇ ਇਸ ਵਿੱਚ ਯਿਸੂ ਦੀ ਮੌਜੂਦਗੀ ਅਤੇ ਤੂਫਾਨਾਂ ਵਿੱਚ ਸ਼ਾਂਤੀ। ਨੰਬਰ 5 ਤੇ ਧਿਆਨ ਦਿਓ, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਵਾਧਾ। ਯਿਸੂ ਦਾ ਵਚਨ ਹਮੇਸ਼ਾ ਸਮਰਥਾ ਦਾ ਵਸੀਲਾ ਹੁੰਦਾ ਹੈ। ਜੇ ਤੁਸੀਂ ਪ੍ਰਭੂ ਨਾਲ ਚੱਲ ਰਹੇ ਹੋ ਤਾਂ ਮੁੜ ਲਈ ਸਭ ਤੋਂ ਪਹਿਲਾਂ ਥਾਂ ਇੱਕ ਕਿਤਾਬ ਹੈ। ਜਦੋਂ ਮੈਂ ਕੈਸਰ ਵਿੱਚੋਂ ਗੁਜ਼ਰਿਆ ਤਾਂ ਮੈਂ ਆਪਣੀ ਬਾਈਬਲ ਵਿੱਚ ਜ਼ਬੂਰਾਂ ਦੇ ਸਫ਼ਿਆਂ ਨੂੰ ਪੜ੍ਹ ਕੇ ਪਾੜ ਦਿੱਤਾ। ਜਦੋਂ ਅਸੀਂ ਤੂਫਾਨਾਂ ਵਿੱਚੋਂ ਗੁਜ਼ਰਦੇ ਹਾਂ ਤਾਂ ਸਾਡੇ ਸਭਨਾਂ ਲਈ ਪਰਮੇਸ਼ਰ ਦੇ ਵਚਨ ਵਿੱਚ ਜਾਣ ਦਾ ਕੋਈ ਨਾ ਕੋਈ ਥਾਂ ਹੁੰਦਾ ਹੈ। ਅਸੀਂ ਪਰਮੇਸ਼ਰ ਦੇ ਵਚਨ ਵਿੱਚ ਆਪਣੇ ਵਾਅਦਿਆਂ ਨੂੰ ਲੱਭਦੇ ਹਾਂ ਅਤੇ ਮੈਂ ਇਹਨਾਂ ਨੂੰ ਆਪਣੇ ਰੋਜ਼ਾਨਾ ਮਾਚੇ ਵਿੱਚ ਲਿਖਿਆ ਹੈ। ਅਤੇ ਹੁਣ ਜਦੋਂ ਮੈਂ ਵਾਪਸ ਜਾ ਕੇ ਉਹਨਾਂ ਤੇ ਨਜ਼ਰ ਮਾਰਦਾ ਹਾਂ ਅਤੇ ਉਹਨਾਂ ਗੱਲਾਂ ਨੂੰ ਪੜ੍ਹਦਾ ਹਾਂ ਜਿਨ੍ਹਾਂ ਵਿੱਚੋਂ ਮੈਂ ਗੁਜ਼ਰਿਆ ਸਾਂ, ਮੈਂ ਉਸ ਵਚਨ ਤੋਂ ਉਤਸ਼ਾਹਿਤ ਹੁੰਦਾ ਹਾਂ ਜੋ ਪਰਮੇਸ਼ਰ ਨੇ ਮੈਨੂੰ ਉਦੋਂ ਦਿੱਤੇ ਸੀ ਜਦੋਂ ਮੈਂ ਮੁਸ਼ਕਿਲ ਤੂਫਾਨਾਂ ਵਿੱਚੋਂ ਦੀ ਗੁਜ਼ਰ ਰਿਹਾ ਸਾਂ। ਪਰ ਮੈਂ ਤੁਹਾਨੂੰ ਉਹ ਵਚਨ ਦੇਣਾ ਚਾਹੁੰਦਾ ਹਾਂ ਜੋ ਉਸ ਦਿਨ ਯਿਸੂ ਨੇ ਆਪਣੇ ਚੇਲਿਆਂ ਨੂੰ ਦਿੱਤਾ। ਸ਼ਾਇਦ ਤੁਸੀਂ ਇਸ ਨੂੰ ਭੁੱਲ ਗਏ ਹੋ। ਇਹ ਇੱਕ ਕਿਸਮ ਨਾਲ ਗੁਪਤ ਹੈ, ਪਰ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਕੀ ਹੈ। ਮਰਕਸ 4 ਅਧਿਆਇ 35 ਵਿੱਚ ਯਿਸੂ ਨੇ ਉਹਨਾਂ ਨੂੰ ਕਿਹਾ, ਅਸੀਂ ਪਾਰ ਚਲੀਏ। ਉਸਨੇ ਇਹ ਨਹੀਂ ਕਿਹਾ, ਆਓ ਝੀਲ ਦੇ ਵਿਚਕਾਰ ਜਾ ਕੇ ਤੂਫਾਨਾਂ ਵਿੱਚ ਡੁੱਬੀਏ। ਨਹੀਂ, ਉਸਨੇ ਕਿਹਾ, ਅਸੀਂ ਪਾਰ ਚਲੀਏ। ਹੁਣ ਜੇ ਮੈਂ ਇਹ ਕਹਾਂ ਤਾਂ ਇਸ ਦਾ ਕੋਈ ਨਹੀਂ ਮਤਲਬ ਨਹੀਂ ਹੋਵੇਗਾ, ਪਰ ਜੇ ਸਰਬਸ਼ਕਤੀਮਾਨ ਪਰਮੇਸ਼ਰ ਪ੍ਰਭੂ ਯਿਸੂ ਦੇ ਵਿਅਕਤੀਤਵ ਰਾਹੀਂ ਇਹ ਕਹੇ, ਅਸੀਂ ਪਾਰ ਜਾ ਰਹੇ ਹਾਂ, ਦੋਸਤੋ ਅੰਦਾਜ਼ਾ ਲਾਓ ਕੀ ਹੋਵੇਗਾ। ਅਸੀਂ ਝੀਲ ਦੇ ਦੂਜੇ ਪਾਸੇ ਜਾ ਰਹੇ ਹਾਂ ਅਤੇ ਉਹਨਾਂ ਨੂੰ ਯਾਦ ਹੋਣਾ ਚਾਹੀਦਾ ਸੀ ਕਿ ਯਿਸੂ ਨੇ ਉਹਨਾਂ ਨੂੰ ਕਿੱਥੇ ਜਾਣ ਦਾ ਵਾਅਦਾ ਕੀਤਾ ਸੀ ਅਤੇ ਉਹ ਕਿੱਥੇ ਜਾ ਰਹੇ ਸਨ। ਪਰ ਜਦੋਂ ਤੂਫਾਨ ਆਇਆ ਤਾਂ ਉਹ ਇਹ ਸਭ ਭੁੱਲ ਗਏ। ਅਤੇ 5 ਅਧਿਆਇ ਉਸ ਦੀ ਪਹਿਲੀ ਐਤ ਕਹਿੰਦੀ ਹੈ, ਉਹ ਝੀਲ ਦੇ ਪਾਰ ਪਹੁੰਚੇ। ਅਖੀਰ ਉਹ ਉਸ ਥਾਂ ਤੇ ਪਹੁੰਚ ਗਏ ਜਿੱਥੇ ਯਿਸੂ ਨੇ ਕਿਹਾ ਸੀ ਕਿ ਉਹ ਜਾ ਰਹੇ ਸਨ, ਅਤੇ ਅਸੀਂ ਵੀ ਮਸੀਹ ਹੋਣ ਦੇ ਨਾਤੇ ਅਖੀਰ ਉਸ ਥਾਂ ਤੇ ਪਹੁੰਚ ਜਾਵਾਂਗੇ ਜਿੱਥੇ ਅਸੀਂ ਜਾ ਰਹੇ ਹਾਂ। ਪਰ ਸ਼ਾਇਦ ਸਾਨੂੰ ਉੱਥੋਂ ਤੱਕ ਪਹੁੰਚਣ ਲਈ ਰਾਹ ਵਿੱਚ ਕਈ ਤੂਫਾਨਾਂ ਵਿੱਚੋਂ ਗੁਜ਼ਰਨਾ ਪਵੇ। ਯਸ਼ਾਇਆ 43 ਅਧਿਆਇ 2 ਐਤ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਜਦ ਤੂੰ ਪਾਣੀਆਂ ਦੇ ਵਿੱਚੋਂ ਲੰਘੇਗਾ ਮੈਂ ਤੇਰੇ ਅੰਗ ਸੰਗ ਹੋਵਾਂਗਾ, ਅਤੇ ਜਦ ਨਦੀਆਂ ਦੇ ਵਿੱਚੋਂ ਦੀ ਉਹ ਤੈਨੂੰ ਨਾ ਡੁਬੋਣਗੀਆਂ। ਤੁਸੀਂ ਵੇਖੋ, ਉਸ ਦਿਨ ਚੇਲੇ ਤੂਫਾਨ ਵਿੱਚ ਜਿਸ ਗੱਲ ਨੂੰ ਭੁੱਲ ਗਏ ਉਹ ਇੱਕ ਅਜਿਹੀ ਗੱਲ ਹੈ ਜਿਸ ਦੇ ਬਾਰੇ ਸਾਨੂੰ ਆਪਣੇ ਦਿਲਾਂ ਵਿੱਚ ਠਾਣ ਲੈਣਾ ਚਾਹੀਦਾ ਹੈ ਕਿ ਅਸੀਂ ਕਦੇ ਨਹੀਂ ਭੁੱਲਾਂਗੇ ਕਿ ਜਦੋਂ ਅਸੀਂ ਤੂਫਾਨਾਂ ਵਿੱਚੋਂ ਗੁਜ਼ਰਾਂਗੇ, ਹਾਂ, ਤਾਂ ਯਿਸੂ ਵੀ ਸਾਡੇ ਨਾਲ ਉਸ ਤੂਫਾਨ ਵਿੱਚੋਂ ਗੁਜ਼ਰਦਾ ਹੈ। ਉਹ ਮੁਸੀਬਤ ਵੇਲੇ ਸਾਡਾ ਮਦਦਗਾਰ ਹੁੰਦਾ ਹੈ। ਕੀ ਤੁਸੀਂ ਇਹ ਗੱਲ ਜਾਣਦੇ ਸੀ?
ਉਹ ਹਰ ਸਮੇਂ ਸਾਡੀ ਮਦਦ ਕਰਨ ਲਈ ਸਾਡੇ ਕੋਲ ਮੌਜੂਦ ਹੁੰਦਾ ਹੈ, ਨਾ ਕਿ ਸਾਡੇ ਤੋਂ ਪਰੇ ਜਾਂ ਦੂਰ, ਪਰ ਮੁਸੀਬਤ ਵੇਲੇ ਉਹ ਹਰ ਸਮੇਂ ਸਾਡੀ ਮਦਦ ਲਈ ਮੌਜੂਦ ਰਹਿੰਦਾ ਹੈ। ਨੰਬਰ 6, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਮਕਸਦ। ਧਿਆਨ ਦਿਓ, ਸਾਡੀਆਂ ਜ਼ਿੰਦਗੀਆਂ ਵਿੱਚ ਨਾ ਸਿਰਫ ਤੂਫਾਨਾਂ ਦੀ ਸੰਭਾਵਨਾ ਅਤੇ ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਵਿਰੋਧਾਭਾਸ, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦੀ ਮੌਜੂਦਗੀ ਅਤੇ ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਵਿੱਚ ਸ਼ਾਂਤੀ, ਅਤੇ ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਵਾਅਦਾ, ਪਰ ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਮਕਸਦ ਵੀ ਹੈ। ਇਹ ਸਭ ਇੱਕ ਸਾਜ਼ਿਸ਼ ਲੱਗਦੀ ਹੈ। ਮੈਂ ਤੁਹਾਡੇ ਕੋਲੋਂ ਇਹ ਸਵਾਲ ਪੁੱਛਦਾ ਹਾਂ ਕਿ ਉਸ ਦਿਨ ਯਿਸੂ ਜਾਣ ਤੋਂ ਪਹਿਲਾਂ ਇਹ ਜਾਣਦਾ ਸੀ ਕਿ ਉਹਨਾਂ ਨਾਲ ਕੀ ਹੋਣ ਜਾ ਰਿਹਾ ਹੈ? ਕੀ ਤੁਸੀਂ ਸੋਚਦੇ ਹੋ ਕਿ ਯਿਸੂ ਜਿਸ ਨੇ ਇਸ ਤੂਫਾਨ ਨੂੰ ਸ਼ਾਂਤ ਕੀਤਾ, ਇਸ ਤੂਫਾਨ ਨੂੰ ਆਉਣ ਤੋਂ ਰੋਕ ਵੀ ਸਕਦਾ ਸੀ? ਕੀ ਤੁਸੀਂ ਸੋਚਦੇ ਹੋ ਕਿ ਯਿਸੂ ਉਹਨਾਂ ਨੂੰ ਤੂਫਾਨ ਵਿੱਚੋਂ ਦੀ ਗੁਜ਼ਾਰ ਸਕਦਾ ਸੀ ਅਤੇ ਉਹਨਾਂ ਨੂੰ ਇਸ ਦਾ ਪਤਾ ਵੀ ਨਹੀਂ ਸੀ ਲੱਗਣਾ ਕਿ ਕੀ ਹੋ ਰਿਹਾ ਸੀ? ਉਹ ਇਹ ਸਭ ਕੁਝ ਕਰ ਸਕਦਾ ਸੀ, ਪਰ ਉਸਨੇ ਨਹੀਂ ਕੀਤਾ। ਇਹ ਹੈ ਉਤਸ਼ਾਹ ਦੇਣ ਵਾਲੀ ਗੱਲ ਅਤੇ ਅਨੋਖੀ ਗੱਲ ਕਿ ਯਿਸੂ ਜਾਣਦਾ ਸੀ ਕਿ ਤੂਫਾਨ ਆਉਣ ਵਾਲਾ ਹੈ ਅਤੇ ਉਹ ਆਪਣੇ ਚੇਲਿਆਂ ਨਾਲ ਇਸ ਤੂਫਾਨ ਵਿੱਚ ਗਿਆ। ਉਸਨੇ ਉਹਨਾਂ ਨਾਲ ਇਸ ਦਾ ਅਨੁਭਵ ਕੀਤਾ ਅਤੇ ਉਹ ਜਾਣਦਾ ਸੀ ਕਿ ਇਹ ਹੋਣ ਵਾਲਾ ਸੀ ਅਤੇ ਉਸਨੇ ਇਸ ਨੂੰ ਰੋਕਿਆ ਨਹੀਂ। ਬਹੁਤ ਵਾਰ ਲੋਕ ਕਹਿੰਦੇ ਹਨ, ਖੈਰ, ਜੇ ਉਹ ਪਰਮੇਸ਼ਰ ਹੈ ਅਤੇ ਉਹ ਸਰਵਸ਼ਕਤੀਮਾਨ ਹੈ, ਉਹ ਮੈਨੂੰ ਤੂਫਾਨਾਂ ਤੋਂ ਕਿਉਂ ਨਹੀਂ ਬਚਾਉਂਦਾ? ਕਿਉਂਕਿ ਇਹ ਤੁਹਾਡੇ ਲਈ ਭਲਾ ਨਹੀਂ ਹੈ ਅਤੇ ਮੇਰੇ ਲਈ ਵੀ ਇਹ ਭਲਾ ਨਹੀਂ ਹੈ। ਉਸ ਜ਼ਿੰਦਗੀ ਦਾ ਕੋਈ ਅਰਥ ਨਹੀਂ ਹੁੰਦਾ ਜਿਸ ਵਿੱਚ ਹਫੜਾ ਦਫੜੀ, ਹਲਚਲ ਅਤੇ ਦਬਾਅ ਨਹੀਂ ਹੁੰਦਾ। ਅਸਲ ਵਿੱਚ ਮੈਂ ਸੋਚਦਾ ਹਾਂ ਕਿ ਇਹ ਸੀ ਐਸ ਲਿਊਸ ਜਿਸ ਨੇ ਕਿਹਾ, ਪਰਮੇਸ਼ਰ ਨੇ ਸਾਨੂੰ ਰਚਿਆ ਹੈ ਅਤੇ ਉਹ ਜਾਣਦਾ ਹੈ ਅਸੀਂ ਕੀ ਹਾਂ, ਅਤੇ ਇਹ ਵੀ ਕਿ ਸਾਡੀ ਖੁਸ਼ੀ ਅਸਲ ਵਿੱਚ ਉਸੇ ਵਿੱਚ ਹੈ। ਫਿਰ ਵੀ ਅਸੀਂ ਤਦ ਤੱਕ ਉਸ ਨੂੰ ਨਹੀਂ ਭਾਲਾਂਗੇ ਜਦੋਂ ਤੱਕ ਉਹ ਸਾਡੇ ਲਈ ਕੋਈ ਹੋਰ ਆਸਰਾ ਨਹੀਂ ਛੱਡਦਾ, ਜਿੱਥੇ ਅਸੀਂ ਉਸ ਨੂੰ ਤਰਕਸ਼ੀਲ ਢੰਗ ਨਾਲ ਭਾਲ ਸਕਦੇ ਹਾਂ। ਜਦ ਕਿ ਜਿਸ ਨੂੰ ਅਸੀਂ ਆਪਣੀ ਖੁਦ ਦੀ ਜ਼ਿੰਦਗੀ ਕਹਿੰਦੇ ਹਾਂ, ਸਮਝੌਤਾ ਕਰਨ ਦੇ ਯੋਗ ਰਹਿੰਦੀ ਹੈ। ਅਸੀਂ ਉਸ ਅੱਗੇ ਆਪਣੇ ਆਪ ਨੂੰ ਨਹੀਂ ਸੌਂਪਾਂਗੇ। ਫਿਰ ਪਰਮੇਸ਼ਰ ਸਾਡੇ ਹਿੱਤ ਵਿੱਚ ਸਾਡੀ ਜ਼ਿੰਦਗੀ ਨੂੰ ਘੱਟ ਸਮਝੌਤਾ ਕਰਨ ਯੋਗ ਬਣਾਉਣ ਲਈ ਅਤੇ ਝੂਠੀ ਖੁਸ਼ੀ ਦੇ ਤਰਕਸ਼ੀਲ ਵਸੀਲੇ ਨੂੰ ਦੂਰ ਕਰਨ ਲਈ ਕੀ ਕਰ ਸਕਦਾ ਹੈ? C.S. ਲੂਇਸ ਜੋ ਕਹਿ ਰਿਹਾ ਹੈ ਉਹ ਇਹ ਹੈ, ਜੇ ਸਾਡੀਆਂ ਜ਼ਿੰਦਗੀਆਂ ਵਿੱਚ ਕੋਈ ਤੂਫਾਨ ਨਾ ਆਵੇ, ਅਸੀਂ ਖੁਸ਼ੀ ਵਿੱਚ ਸੁਖਦਾਇਕ ਹੋ ਜਾਵਾਂਗੇ ਅਤੇ ਉਸ ਤੋਂ ਰਹਿ ਜਾਵਾਂਗੇ। ਜੋ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਜਾਣੀਏ, ਉਹ ਚਾਹੁੰਦਾ ਹੈ ਅਸੀਂ ਆਪਣੀ ਖੁਸ਼ੀ ਅਤੇ ਆਨੰਦ ਉਸ ਵਿੱਚ ਲੱਭੀਏ। ਉਹ ਚਾਹੁੰਦਾ ਹੈ ਅਸੀਂ ਉਸ ਅਨੋਖੀ ਸ਼ਾਂਤੀ ਦਾ ਅਨੁਭਵ ਕਰੀਏ ਜੋ ਉਸ ਤੂਫਾਨ ਦੇ ਵਿੱਚ ਆਉਂਦੀ ਹੈ। ਅਤੇ ਯਿਸੂ ਸਾਡੇ ਨਾਲ ਹੈ ਅਤੇ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਦੁਨੀਆ ਵਿੱਚ ਕਿਸੇ ਹੋਰ ਥਾਂ ਤੇ ਹੋਣ ਦੀ ਬਜਾਏ ਤੁਸੀਂ ਉਸ ਦੇ ਨਾਲ ਹੋਣਾ ਪਸੰਦ ਕਰੋਗੇ। ਮੈਨੂੰ ਇਹ ਬੜੀ ਸਾਵਧਾਨੀ ਨਾਲ ਕਹਿਣ ਦੀ ਲੋੜ ਹੈ, ਜਦੋਂ ਤੁਸੀਂ ਉਸ ਨੂੰ ਸਮਝ ਲੈਂਦੇ ਹੋ ਜੋ ਪਰਮੇਸ਼ਰ ਨੇ ਤੂਫਾਨ ਵਿੱਚ ਤੁਹਾਡੇ ਲਈ ਕੀਤਾ ਹੈ, ਤਾਂ ਤੁਸੀਂ ਇੱਕ ਵਾਰ ਫਿਰ ਉਸ ਤੂਫਾਨ ਵਿੱਚੋਂ ਗੁਜ਼ਰਨਾ ਚਾਹੁੰਦੇ ਹੋ। ਇਹ ਇੱਕ ਕਿਸਮ ਦੀ ਨਜ਼ਦੀਕੀ, ਇੱਕ ਕਿਸਮ ਦੀ ਨਿਕਟਤਾ, ਇੱਕ ਕਿਸਮ ਦੀ ਸ਼ਾਂਤੀ ਹੈ ਜੋ ਤੁਹਾਨੂੰ ਉਦੋਂ ਮਿਲਦੀ ਹੈ ਜਦੋਂ ਤੁਸੀਂ ਪ੍ਰਭੂ ਯਿਸੂ ਨਾਲ ਤੂਫਾਨ ਵਿੱਚ ਹੁੰਦੇ ਹੋ ਕਿ ਤੁਸੀਂ ਇਸ ਨੂੰ ਬਿਆਨ ਨਹੀਂ ਕਰ ਸਕਦੇ। ਦਰਅਸਲ ਬਾਈਬਲ ਕਹਿੰਦੀ ਹੈ ਕਿ ਇਹ ਉਹ ਸ਼ਾਂਤੀ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਸਾਰੀ ਸਮਝ ਤੋਂ ਪਰੇ ਹੈ। ਇਹ ਪਰਮੇਸ਼ਰ ਦੀ ਸ਼ਾਂਤੀ ਹੈ ਜੋ ਤੂਫਾਨ ਵਿੱਚ ਸਾਡੇ ਅੰਦਰ ਆ ਕੇ ਰਹਿੰਦੀ ਹੈ ਅਤੇ ਤੁਹਾਡੇ ਵਿੱਚ ਬਹੁਤ ਸਾਰੇ ਇਸ ਦਾ ਅਨੁਭਵ ਕਰ ਚੁੱਕੇ ਹਨ। ਤੁਸੀਂ ਜਾਣਦੇ ਹੋ ਮੈਂ ਕਿਹਦੇ ਬਾਰੇ ਗੱਲ ਕਰ ਰਿਹਾ ਹਾਂ। ਇੱਕ ਪਾਸਟਰ ਹੋਣ ਦੇ ਨਾਤੇ ਲੋਕ ਮੈਨੂੰ ਇਸ ਕਿਸਮ ਦੀ ਗੱਲ ਕਹਿੰਦੇ ਹਨ, ਪਾਸਟਰ, ਉਹ ਸਭ ਤੋਂ ਖੌਫਨਾਕ ਚੀਜ਼ ਹੈ ਜਿਸ ਦਾ ਮੈਂ ਆਪਣੀ ਜ਼ਿੰਦਗੀ ਵਿੱਚ ਅਨੁਭਵ ਕੀਤਾ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੈਂ ਇਸ ਵਿੱਚੋਂ ਗੁਜ਼ਰ ਰਿਹਾ ਸਾਂ, ਪ੍ਰਭੂ ਯਿਸੂ ਮੇਰੇ ਇੰਨਾ ਕਰੀਬ ਸੀ ਅਤੇ ਮੈਂ ਉਸ ਦੀ ਹਜ਼ੂਰੀ ਨੂੰ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਕਿ ਉਸ ਨੇ ਮੇਰੇ ਮੋਢੇ ਉੱਤੇ ਹੱਥ ਰੱਖਿਆ ਹੋਵੇ ਅਤੇ ਇਸ ਵਿੱਚ ਮੇਰੇ ਨਾਲ ਚੱਲਦਾ ਹੋਵੇ। ਇੱਕ ਵਿਸ਼ਵਾਸੀ ਇਹ ਗੱਲ ਜਾਣਦਾ ਹੈ। ਇੱਕ ਵਿਸ਼ਵਾਸੀ ਜਾਣਦਾ ਹੈ ਕਿ ਜਦੋਂ ਤੁਸੀਂ ਤੂਫਾਨ ਵਿੱਚ ਹੁੰਦੇ ਹੋ, ਯਿਸੂ ਬੇੜੀ ਵਿੱਚ ਹੁੰਦਾ ਹੈ। ਜ਼ਬੂਰ ਲਿਖਣ ਵਾਲਾ ਦਾਊਦ ਇਸ ਸਚਾਈ ਨੂੰ ਸਮਝ ਗਿਆ ਅਤੇ 119 ਜ਼ਬੂਰ ਉਸਨੇ 3 ਐਤਾਂ ਵਿੱਚ ਇਸ ਤਰ੍ਹਾਂ ਅਕਸ ਪਾਇਆ ਹੈ, ਜਿਨ੍ਹਾਂ ਨੂੰ ਮੈਂ ਇਕੱਠਿਆਂ ਕਰ ਦਿੱਤਾ ਹੈ। ਜ਼ਬੂਰ 119 ਉਹਦਾ 67, 71 ਤੇ 75 ਵਚਨ। ਮੇਰੇ ਦੁਖੀ ਹੋਣ ਤੋਂ ਪਹਿਲਾਂ ਮੈਂ ਭੁੱਲਿਆ ਫਿਰਦਾ ਸਾਂ, ਪਰ ਹੁਣ ਮੈਂ ਤੇਰੇ ਵਚਨ ਦੀ ਪਾਲਣਾ ਕਰਦਾ ਹਾਂ। ਮੇਰੇ ਲਈ ਭਲਾ ਹੈ ਕਿ ਮੈਂ ਦੁਖੀ ਹੋਇਆ ਤਾਂ ਜੋ ਮੈਂ ਤੇਰੀਆਂ ਵਿਧੀਆਂ ਨੂੰ ਸਿੱਖਾਂ। ਇਹ ਯਹੋਵਾ, ਮੈਂ ਜਾਣਦਾ ਹਾਂ ਕਿ ਤੇਰੇ ਨਿਆਂ ਧਰਮ ਦੇ ਹਨ, ਸੋ ਤੈਂ ਵਫਾਦਾਰੀ ਨਾਲ ਮੈਨੂੰ ਦੁੱਖ ਦਿੱਤਾ।
ਦਾਊਦ ਕਹਿੰਦਾ ਹੈ ਕਿ ਉਸ ਲਈ ਤੂਫਾਨਾਂ ਵਿੱਚੋਂ ਇੱਕ ਸਕਾਰਾਤਮਕ ਭਲਾ ਹੋਇਆ ਹੈ। ਇਹ ਉਸ ਦੀ ਜ਼ਿੰਦਗੀ ਦੀ ਦਿਸ਼ਾ ਬਦਲਣਾ ਸੀ। ਇਹ ਉਹਨਾਂ ਗੱਲਾਂ ਨੂੰ ਮੁੜ ਪਹਿਲ ਦੇਣਾ ਸੀ ਜੋ ਉਸ ਲਈ ਅਹਿਮ ਸਨ। ਤੂਫਾਨ ਉਸ ਦੀ ਜ਼ਿੰਦਗੀ ਵਿੱਚ ਉਸ ਲਈ ਇੱਕ ਸ਼ੁੱਧ ਕਰਨ ਵਾਲਾ ਪ੍ਰਭਾਵ ਸੀ। ਇਹ ਉਸ ਦੀ ਜ਼ਿੰਦਗੀ ਵਿੱਚ ਇੱਕ ਸ਼ੁੱਧ ਕਰਨ ਵਾਲਾ ਪ੍ਰਭਾਵ ਸੀ। ਸਾਡੇ ਵਿੱਚੋਂ ਸਾਰੇ ਹੀ ਮਸੀਹ ਹੋਣ ਦੇ ਨਾਤੇ ਤੂਫਾਨਾਂ ਵਿੱਚੋਂ ਗੁਜ਼ਰ ਚੁੱਕੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਸਾਨੂੰ ਬਿਹਤਰ ਬਣਾਉਣ ਲਈ, ਸਾਨੂੰ ਦੂਜਿਆਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਬਣਾਉਣ ਲਈ, ਉਸ ਨਾਲ ਸਾਡੀ ਚਾਲ ਵਿੱਚ ਜ਼ਿਆਦਾ ਭਗਤੀ ਵਾਲਾ ਬਣਾਉਣ ਲਈ ਅਤੇ ਉਸ ਉੱਤੇ ਜ਼ਿਆਦਾ ਨਿਰਭਰ ਹੋਣ ਵਾਲਾ ਬਣਾਉਣ ਲਈ ਤੂਫਾਨਾਂ ਦੀ ਵਰਤੋਂ ਕਰਦਾ ਹੈ। ਮੈਂ ਤੁਹਾਨੂੰ ਇੱਕ ਅਜਿਹੀ ਗੱਲ ਦੱਸਾਂਗਾ ਜੋ ਮੈਂ ਆਪ ਸਿੱਖੀ। ਤੁਸੀਂ ਸਵੇਰੇ ਤੜਕੇ 2 ਵਜੇ ਹੋਰ ਕਿਸੇ ਵੀ ਥਾਂ ਨਾਲੋਂ ਭਾਵੇਂ ਤੁਸੀਂ ਕਿਤੇ ਵੀ ਜਾਓ, ਹਸਪਤਾਲ ਦੀ ਛੱਤ ਵੱਲ ਵੇਖ ਕੇ ਪਰਮੇਸ਼ਰ ਬਾਰੇ ਜ਼ਿਆਦਾ ਸਿੱਖ ਸਕਦੇ ਹੋ। ਤੁਸੀਂ ਇੱਕ ਵਿਸ਼ਵਾਸੀ ਹੋਣ ਦੇ ਨਾਤੇ ਇਸ ਅਨੁਭਵ ਤੋਂ ਸਮਰਥਾ ਤੇ ਭਰੋਸੇ ਦਾ ਭਾਵ ਨਾਲ ਜਾਓਗੇ, ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਹੈ ਕਿ ਜਦੋਂ ਮੈਂ ਇਹ ਸਾਰੇ ਅਨੁਭਵ ਕਰਕੇ ਵਾਪਸ ਆਇਆ, ਹੋਰ ਕਿਸੇ ਵੀ ਗੱਲ ਨਾਲੋਂ ਵੱਧ ਇੱਕ ਗੱਲ ਜੋ ਮੈਂ ਚਾਹੁੰਦਾ ਹਾਂ ਤੁਸੀਂ ਜਾਣ ਲਵੋ, ਇਹ ਹੈ ਕਿ ਪਰਮੇਸ਼ਰ ਕਾਫੀ ਹੈ। ਪਰਮੇਸ਼ਰ ਕਾਫੀ ਹੈ। ਆਮੀਨ। ਸਰਬ ਸ਼ਕਤੀਮਾਨ ਪਰਮੇਸ਼ਰ, ਤੁਸੀਂ ਜਿਸ ਕਿਸੇ ਵਿੱਚੋਂ ਗੁਜ਼ਰ ਰਹੇ ਹੋ ਤੁਹਾਡੇ ਲਈ ਕਾਫੀ ਹੈ। ਭਾਵੇਂ ਤੁਸੀਂ ਜਿਸ ਤਰ੍ਹਾਂ ਦਾ ਮਰਜ਼ੀ ਅਨੁਭਵ ਕਰ ਰਹੇ ਹੋ, ਭਾਵੇਂ ਉਸ ਨੇ ਤੁਹਾਨੂੰ ਜੋ ਕੁਝ ਵੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ, ਤੂਫਾਨ ਵਿੱਚ ਜੇ ਤੁਸੀਂ ਪਰਮੇਸ਼ਰ ਦੇ ਨਾਲ ਹੋ, ਉਹ ਤੁਹਾਡੇ ਲਈ ਕਾਫੀ ਹੈ ਅਤੇ ਉਹ ਤੁਹਾਡੀ ਮਦਦ ਕਰੇਗਾ ਅਤੇ ਉਹ ਤੁਹਾਨੂੰ ਸਾਮਰਥ ਦੇਵੇਗਾ ਅਤੇ ਇਸ ਪਾਲੇ ਵੀ ਉਹ ਕਈਆਂ ਲਈ ਇਹ ਕਰ ਰਿਹਾ ਹੈ। ਸਵਾਲ ਸਪਸ਼ਟ ਜਾਪਦਾ ਹੈ, ਜੇ ਯਿਸੂ ਬੇੜੀ ਵਿੱਚ ਹੈ, ਉਹ ਇਹਨਾਂ ਵਿਚਾਰਿਆਂ ਚੇਲਿਆਂ ਨੂੰ ਉਸ ਤੂਫਾਨ ਤੋਂ ਕਿਉਂ ਡਰਨ ਦਿੰਦਾ ਹੈ? ਉਹ ਸਮੱਸਿਆ ਨੂੰ ਹੱਲ ਕਰਨ, ਤੂਫਾਨਾਂ ਨੂੰ ਸ਼ਾਂਤ ਕਰਨ ਵਿੱਚ ਇੰਨੀ ਦੇਰ ਕਿਉਂ ਕਰਦਾ ਹੈ? ਉਹ ਚੇਲਿਆਂ ਨੂੰ ਇੱਕ ਮਿੰਟ ਲਈ ਵੀ ਇਹ ਖੌਫਨਾਕ ਅਨੁਭਵ ਕਿਉਂ ਕਰਨ ਦਿੰਦਾ ਹੈ? ਮੈਂ ਵਿਸ਼ਵਾਸ ਕਰਦਾ ਹਾਂ ਕਿ ਕਈ ਵਾਰ ਉਹ ਇਸ ਤੂਫਾਨ ਨੂੰ ਤਦ ਤੱਕ ਜਾਰੀ ਰਹਿਣ ਦਿੰਦਾ ਹੈ ਜਦੋਂ ਤੱਕ ਅਸੀਂ ਸੱਚਮੁੱਚ ਉਸ ਨੂੰ ਪੁਕਾਰਨਾ ਜਾਂ ਉਸ ਨੂੰ ਕਿਵੇਂ ਪੁਕਾਰਨਾ ਹੈ ਸਿੱਖ ਨਹੀਂ ਲੈਂਦੇ। ਕੁਝ ਹੈ ਜੋ ਤੁਸੀਂ ਪਰਮੇਸ਼ਰ ਬਾਰੇ ਤੂਫਾਨਾਂ ਵਿੱਚ ਹੀ ਸਿੱਖ ਸਕਦੇ ਹੋ ਕਿ ਕਿਸੇ ਹੋਰ ਥਾਂ ਵਿੱਚ। ਜਦੋਂ ਅਸੀਂ ਤੂਫਾਨਾਂ ਵਿੱਚ ਹੁੰਦੇ ਹਾਂ, ਅਸੀਂ ਵੀ ਚੇਲਿਆਂ ਵਾਂਗ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਪਰਮੇਸ਼ਰ ਸਾਨੂੰ ਭੁੱਲ ਗਿਆ ਹੈ। ਮੈਂ ਕਈ ਵਾਰ ਮਸੀਹਾਂ ਲੋਕਾਂ ਨੂੰ ਇਹ ਕਹਿੰਦੇ ਸੁਣਦਾ ਹਾਂ, ਮੈਨੂੰ ਸਮਝ ਨਹੀਂ ਆਉਂਦੀ ਕਿ ਪਰਮੇਸ਼ਰ ਇਸ ਬਾਰੇ ਕੁਝ ਕਿਉਂ ਨਹੀਂ ਕਰਦਾ, ਕਿ ਉਸ ਨੂੰ ਮੇਰੀ ਫਿਕਰ ਹੈ ਵੀ ਜਾਂ ਨਹੀਂ। ਕਈ ਵਾਰ ਉਹ ਕਹਿੰਦੇ ਹਨ, ਪਾਸਟਰ ਸਗੋਂ ਮੈਂ ਤੇ ਹੁਣ ਪ੍ਰਾਰਥਨਾ ਵੀ ਨਹੀਂ ਕਰਦਾ, ਮੈਂ ਪ੍ਰਾਰਥਨਾ ਕਰਦਾ ਰਿਹਾ ਪਰ ਪਰਮੇਸ਼ਰ ਨੇ ਮੇਰੀ ਪ੍ਰਾਰਥਨਾ ਨਹੀਂ ਸੁਣੀ। ਖੈਰ, ਤੁਹਾਨੂੰ ਪ੍ਰਾਰਥਨਾ ਕਰਦੇ ਰਹਿਣ ਦੀ ਲੋੜ ਹੈ, ਕਿਉਂਕਿ ਪਰਮੇਸ਼ਰ ਤੁਹਾਡੇ ਸਮੇਂ ਸੁਰਾਨੀ ਅਨੁਸਾਰ ਨਹੀਂ ਚੱਲਦਾ। ਉਸ ਦਾ ਸਮਾਂ ਅਲੱਗ ਹੈ ਅਤੇ ਸਹੀ ਪਲ ਅਤੇ ਸਹੀ ਸਮੇਂ ਤੇ ਉਹ ਤੁਹਾਡੇ ਲਈ ਉਹ ਜ਼ਰੂਰ ਕਰੇਗਾ ਜੋ ਤੁਹਾਨੂੰ ਤੂਫਾਨਾਂ ਵਿੱਚੋਂ ਬਾਹਰ ਕੱਢਣ ਲਈ ਕਰਨ ਦੀ ਲੋੜ ਹੈ। ਜੋ ਕੁਝ ਵੀ ਉਹ ਤੁਹਾਡੇ ਲਈ ਕਰਦਾ ਹੈ, ਉਹ ਚਾਹੁੰਦਾ ਹੈ ਕਿ ਤੁਸੀਂ ਜਾਣੋ ਕਿ ਤੁਹਾਡੀ ਸਾਮਰਥ ਉਸ ਵੱਲੋਂ ਆਉਂਦੀ ਹੈ। ਜਦੋਂ ਤੁਸੀਂ ਤੂਫਾਨਾਂ ਦਾ ਸਾਹਮਣਾ ਕਰਦੇ ਹੋ, ਤੁਸੀਂ ਜਾਂ ਤਾਂ ਇਸ ਦਾ ਸਾਹਮਣਾ ਚੇਲਿਆਂ ਵਾਂਗ ਡਰ ਨਾਲ ਕਰੋਗੇ ਜਾਂ ਫਿਰ ਵਿਸ਼ਵਾਸ ਨਾਲ, ਅਤੇ ਜੇ ਤੁਸੀਂ ਤੂਫਾਨ ਵਿੱਚ ਪਰਮੇਸ਼ਰ ਵੱਲ ਤੱਕੋਗੇ ਤਾਂ ਉਹ ਤੁਹਾਡੀ ਮਦਦ ਕਰੇਗਾ। ਨੰਬਰ 7, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਫਲ। ਉਹ ਮੇਰੇ ਕੋਲ ਇਸ ਬਾਰੇ ਕਹਿਣ ਲਈ ਬਹੁਤ ਕੁਝ ਹੈ, ਪਰ ਅਖੀਰ ਵਿੱਚ ਮੈਂ ਤੁਹਾਨੂੰ ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦੇ ਫਲ ਬਾਰੇ ਚੇਤੇ ਕਰਾਉਣਾ ਚਾਹੁੰਦਾ ਹਾਂ। ਮਰਕਸ 4 ਦੇ 40 ਅਤੇ 41 ਐਤ ਇਸ ਕਹਾਣੀ ਦੀ ਇੱਕ ਦਿਲਚਸਪ ਪਿਛਲੀ ਲਿਖਤ ਹੈ। ਇਹ ਐਤ ਕਹਿੰਦੀ ਹੈ, ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ? ਅਜੇ ਤੁਹਾਨੂੰ ਨੇਚਾ ਨਹੀਂ ਆਈ? ਤਾਂ ਉਹਨਾਂ ਨੇ ਡਾਢਾ ਭੈ ਖਾਧਾ ਅਤੇ ਆਪੋ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਪੌਣ ਅਤੇ ਝੀਲ ਵੀ ਉਹਦੀ ਮੰਨ ਲੈਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਮਰਕਸ ਦੀ ਅੰਜੀਲ ਵਿੱਚ ਤੂਫਾਨਾਂ ਦੀਆਂ 3 ਘਟਨਾਵਾਂ ਹਨ? ਇੱਕ 6 ਅਧਿਆਏ ਵਿੱਚ ਹੈ ਅਤੇ ਇੱਕ 8 ਅਧਿਆਏ ਵਿੱਚ ਹੈ, ਅਤੇ ਇਹ ਸਾਰੀਆਂ ਚੇਲਿਆਂ ਦੇ ਵਿਸ਼ਵਾਸ ਨਾ ਕਰਨ ਦਾ ਉਦਾਹਰਨ ਹਨ। ਤੁਸੀਂ ਕਹੋਗੇ, ਖੈਰ ਇਸ ਵਿੱਚ ਵੱਡੀ ਗੱਲ ਕੀ ਹੈ? ਇਸ ਬਾਰੇ ਵੱਡੀ ਗੱਲ ਇਹ ਹੈ ਕਿ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ। ਤੁਸੀਂ ਜਾਣਦੇ ਹੋ, ਜੇ ਮੈਂ ਉਦੋਂ ਧਰਤੀ ਤੇ ਹੁੰਦਾ ਜਦੋਂ ਯਿਸੂ ਇਸ ਧਰਤੀ ਤੇ ਚੱਲਦਾ ਫਿਰਦਾ ਸੀ, ਜੇ ਮੈਂ ਉਸ ਦੇ ਚੇਲਿਆਂ ਵਿੱਚੋਂ ਇੱਕ ਹੁੰਦਾ ਤੇ ਮੈਂ ਇੱਕ ਵਧੀਆ ਮਸੀਹੀ ਜਾਂ ਵਿਸ਼ਵਾਸੀ ਹੁੰਦਾ। ਮੇਰੇ ਅੰਦਰ ਜ਼ਿਆਦਾ ਵਿਸ਼ਵਾਸ ਹੁੰਦਾ, ਮੈਂ ਹੋਰ ਵੀ ਅਨੋਖੇ ਕੰਮ ਕਰਦਾ। ਹਾਲੇ ਕਿ ਚੇਲੇ ਯਿਸੂ ਦੇ ਨਾਲ ਨਾਲ ਰਹਿੰਦੇ ਸਨ ਅਤੇ ਉਹ ਉਸ ਨੂੰ ਚਮਤਕਾਰ ਕਰਦਿਆਂ ਵੇਖਦੇ ਸਨ। ਇੱਥੇ ਉਹ ਉਹਨਾਂ ਦੀ ਆਪਣੀ ਸਮੱਸਿਆ ਵਿੱਚ ਹਨ ਅਤੇ ਭੁੱਲ ਗਏ ਹਨ ਕਿ ਉਹ ਕੌਣ ਸੀ, ਅਤੇ ਉਹਨਾਂ ਨੇ ਕਿਹਾ, ਇਹ ਕੌਣ ਹੈ ਕਿ ਪੌਣ ਤੇ ਝੀਲ ਵੀ ਉਹਦੀ ਮੰਨ ਲੈਂਦੇ ਹਨ। ਉਹ ਇਹ ਨਹੀਂ ਕਹਿ ਰਹੇ ਹਨ, ਅਸੀਂ ਨਹੀਂ ਜਾਣਦੇ ਕਿ ਯਿਸੂ ਕੌਣ, ਪਰ ਉਹ
ਉਸ ਦੇ ਡਾਢੇ ਭੈ ਵਿੱਚ ਸਨ ਜੋ ਯਿਸੂ ਨੇ ਕੀਤਾ ਸੀ। ਯਿਸੂ ਨੇ ਚੇਲਿਆਂ ਨੂੰ ਉਸ ਖਤਰੇ ਬਾਰੇ ਜਿਸ ਦਾ ਉਹਨਾਂ ਨੇ ਸਾਹਮਣਾ ਕੀਤਾ ਪਹਿਲਾਂ ਦੱਸ ਕੇ ਇਸ ਦਾ ਪ੍ਰਭਾਵ ਨਹੀਂ ਘਟਾਇਆ। ਉਸ ਨੂੰ ਇਸ ਗੱਲ ਦੀ ਫਿਕਰ ਸੀ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਹ ਉਹਨਾਂ ਨੂੰ ਬਚਾਉਣ ਦੇ ਯੋਗ ਸੀ ਅਤੇ ਉਹ ਉਸ ਵਿੱਚ ਆਪਣਾ ਵਿਸ਼ਵਾਸ ਗੁਆ ਚੁੱਕੇ ਸਨ। ਉਸ ਨੇ ਉਹਨਾਂ ਨੂੰ ਡਰਨ ਦੇ ਲਈ ਝਿੜਕਿਆ। ਜਦੋਂ ਉਸ ਨੇ ਉਹਨਾਂ ਨੂੰ ਝਿੜਕਿਆ ਤਾਂ ਬਾਈਬਲ ਕਹਿੰਦੀ ਹੈ ਕਿ ਉਹ ਹੋਰ ਵੀ ਡਰ ਗਏ। ਪਹਿਲਾਂ ਉਹ ਸਮੁੰਦਰ ਤੋਂ ਡਰੇ ਸਨ, ਹੁਣ ਉਹ ਮੁਕਤੀਦਾਤਾ ਤੋਂ ਡਰ ਰਹੇ ਸਨ। ਉਸ ਦਿਨ ਮੁਕਤੀਦਾਤਾ ਸਮੁੰਦਰ ਨਾਲੋਂ ਵੱਧ ਖੌਫਨਾਕ ਸੀ ਅਤੇ ਜਦੋਂ ਉਹਨਾਂ ਨੇ ਉਸ ਵੱਲ ਅਤੇ ਜੋ ਉਸਨੇ ਕੀਤਾ ਸੀ ਉਸ ਵੱਲ ਵੇਖਿਆ, ਪਵਿੱਤਰ ਵਚਨ ਕਹਿੰਦਾ ਹੈ ਉਹਨਾਂ ਨੇ ਡਾਢਾ ਭੈ ਖਾਧਾ। ਕੀ ਉਹਨਾਂ ਨੇ ਇਸ ਤੋਂ ਕੋਈ ਸਬਕ ਸਿੱਖਿਆ? ਪੂਰੀ ਤਰ੍ਹਾਂ ਨਹੀਂ। ਹੌਸਲਾ ਰੱਖੋ, ਜੇ ਤੁਸੀਂ 1 ਜਾਂ 2 ਜਾਂ 3 ਤੂਫਾਨਾਂ ਵਿੱਚ ਗੁਜ਼ਰ ਚੁੱਕੇ ਹੋ, ਤੁਸੀਂ ਹਾਲੇ ਵੀ ਸਿੱਖਣ ਦੀ ਵਿਧੀ ਵਿੱਚ ਹੋ। ਸਗੋਂ ਚੇਲਿਆਂ ਦੀ ਸਮੱਸਿਆਵਾਂ ਵੀ ਇਹੋ ਹੀ ਸੀ। ਮੈਨੂੰ ਨਹੀਂ ਪਤਾ ਕਿ ਅਸੀਂ ਇੰਨੇ ਜਿੱਦੀ ਕਿਉਂ ਹਾਂ ਕਿ ਸਾਨੂੰ ਉਹ ਯਾਦ ਹੀ ਨਹੀਂ ਰਹਿੰਦਾ ਜੋ ਪਰਮੇਸ਼ਰ ਸਾਡੇ ਤੂਫਾਨਾਂ ਰਾਹੀਂ ਸਿਖਾਉਂਦਾ ਹੈ। ਪਰ ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ ਕਿ ਜੇ ਤੁਸੀਂ ਤੂਫਾਨ ਵਿੱਚ ਹੋ ਤਾਂ ਤੁਸੀਂ ਸਹੀ ਸੰਗਤ ਵਿੱਚ ਹੋ, ਜੋ ਬੇੜੀ ਵਿੱਚ ਯਿਸੂ ਤੁਹਾਡੇ ਨਾਲ ਹੈ। ਤੁਸੀਂ ਕਹੋਗੇ, ਪਾਸਟਰ ਜਦੋਂ ਤੁਸੀਂ ਕਹਿੰਦੇ ਹੋ ਜੇ ਯਿਸੂ ਤੁਹਾਡੇ ਨਾਲ ਬੇੜੀ ਵਿੱਚ ਹੈ ਤਾਂ ਤੁਹਾਡਾ ਇਹ ਕਹਿਣ ਦਾ ਕੀ ਮਤਲਬ ਹੈ? ਠੀਕ ਹੈ, ਮੈਂ ਤੁਹਾਨੂੰ ਸਮਝਾਉਂਦਾ ਹਾਂ। ਮੈਂ ਥੋੜ੍ਹਾ ਜਿਹਾ ਅਲੰਕਾਰ ਹੋ ਰਿਹਾ ਹਾਂ ਜਦੋਂ ਮੈਂ ਇਹ ਕਹਿੰਦਾ ਹਾਂ, ਕਿਉਂਕਿ ਸਪਸ਼ਟ ਹੈ ਕਿ ਅੱਜ ਸਾਡੇ ਕੋਲ ਬੇੜੀਆਂ ਨਹੀਂ ਹਨ, ਸਾਡੇ ਕੋਲ ਕਾਰਾਂ ਅਤੇ ਘਰ ਹਨ। ਮੰਨ ਲਓ ਕਿ ਤੁਹਾਡੀ ਜ਼ਿੰਦਗੀ ਇੱਕ ਬੇੜੀ ਹੈ। ਕਿ ਯਿਸੂ ਬੇੜੀ ਵਿੱਚ ਹੈ? ਕਿ ਤੁਸੀਂ ਉਸ ਨੂੰ ਤੁਹਾਡੇ ਦਿਲ ਵਿੱਚ ਆ ਕੇ ਵਸਣ ਦਾ ਸੱਦਾ ਦਿੱਤਾ ਹੈ? ਮੈਂ ਜੋ ਜਾਣਦਾ ਹਾਂ ਉਹ ਤੁਹਾਨੂੰ ਦੱਸਾਂਗਾ। ਮਸੀਹੀ ਅਤੇ ਗੈਰ ਮਸੀਹੀ ਲੋਕ ਇੱਕੋ ਜਿਹੀ ਤੀਬਰਤਾ ਵਾਲੇ ਤੂਫਾਨਾਂ ਵਿੱਚੋਂ ਗੁਜ਼ਰਦੇ ਹਨ। ਕੋਈ ਫਰਕ ਨਹੀਂ। ਫਰਕ ਸਿਰਫ ਇੰਨਾ ਹੈ ਕਿ ਬੇੜੀ ਵਿੱਚ ਕੌਣ ਹੈ। ਤੁਸੀਂ ਇਸ ਤੂਫਾਨ ਵਿੱਚੋਂ ਯਿਸੂ ਮਸੀਹ ਦੇ ਵਸੀਲੇ ਬਿਨਾਂ ਆਪਣੇ ਆਪ ਨੂੰ ਗੁਜ਼ਾਰ ਸਕਦੇ ਹੋ, ਕਿਉਂਕਿ ਤੁਸੀਂ ਉਸ ਨੂੰ ਠੁਕਰਾ ਦਿੱਤਾ ਹੈ ਅਤੇ ਉਸ ਨੂੰ ਆਪਣਾ ਮੁਕਤੀਦਾਤਾ ਤੇ ਪ੍ਰਭੂ ਕਬੂਲ ਨਹੀਂ ਕੀਤਾ। ਅਤੇ ਜੇ ਤੁਸੀਂ ਉਸ ਨੂੰ ਆਪਣਾ ਮੁਕਤੀਦਾਤਾ ਤੇ ਪ੍ਰਭੂ ਕਬੂਲ ਕੀਤਾ ਤਾਂ ਵੀ ਤੁਹਾਨੂੰ ਉਹਨਾਂ ਤੂਫਾਨਾਂ ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਦਾ ਸਾਹਮਣਾ ਗੈਰ ਮਸੀਹੀ ਲੋਕ ਕਰਦੇ ਹਨ। ਤੁਹਾਨੂੰ ਇਸ ਤੋਂ ਕੋਈ ਛੂਟ ਨਹੀਂ। ਇਹ ਜ਼ਿੰਦਗੀ ਦੀ ਸ਼ਰਤ ਹੈ। ਜਾਂ ਤਾਂ ਤੁਸੀਂ ਇਸ ਤੂਫਾਨ ਵਿੱਚੋਂ ਬਗੈਰ ਕਿਸੇ ਦੀ ਮਦਦ ਦੇ ਗੁਜ਼ਰ ਸਕਦੇ ਹੋ, ਜਾਂ ਤੁਸੀਂ ਤੂਫਾਨਾਂ ਵਿੱਚੋਂ ਯਿਸੂ ਨੂੰ ਆਪਣਾ ਸਾਥੀ ਬਣਾ ਕੇ ਗੁਜ਼ਰ ਸਕਦੇ ਹੋ, ਇਹ ਜਾਣਦੇ ਹੋਏ ਕਿ ਤੂਫਾਨ ਦੇ ਗਹਿਰੇ ਹਿੱਸੇ ਵਿੱਚ ਉਹ ਤੁਹਾਡੇ ਨੇੜੇ ਆ ਜਾਵੇਗਾ ਅਤੇ ਤੁਹਾਡੇ ਲਈ ਉਹ ਸਭ ਬਣੇਗਾ ਜੋ ਉਸਨੇ ਬਣਨ ਦਾ ਵਾਅਦਾ ਕੀਤਾ ਹੈ। ਅਤੇ ਤੁਸੀਂ ਇਸ ਤੂਫਾਨ ਵਿੱਚੋਂ ਬਚ ਕੇ ਕਹੋਗੇ, ਪਰਮੇਸ਼ਰ ਕਾਫੀ ਹੈ, ਉਹ ਕਾਫੀ ਹੈ। ਸੋ ਮੈਂ ਇਸ ਕਹਾਣੀ ਦੇ ਪ੍ਰਕਾਸ਼ ਵਿੱਚ ਅੱਜ ਤੁਹਾਡੇ ਕੋਲੋਂ ਪੁੱਛਣ ਜਾ ਰਿਹਾ ਹਾਂ ਕਿ ਯਿਸੂ ਤੁਹਾਡੀ ਬੇੜੀ ਵਿੱਚ ਹੈ? ਕਿ ਤੁਸੀਂ ਕਦੀ ਯਿਸੂ ਨੂੰ ਆਪਣੇ ਦਿਲ ਵਿੱਚ ਆ ਕੇ ਵਸਣ ਦਾ ਸੱਦਾ ਦਿੱਤਾ ਹੈ? ਇਹ ਉੱਥੋਂ ਸ਼ੁਰੂ ਹੁੰਦਾ ਹੈ। ਇਹ ਯਿਸੂ ਨਾਲ ਤੁਹਾਡੀ ਸਾਂਝ, ਉਸ ਨਾਲ ਜੁੜਨ ਨਾਲ, ਉਸ ਨੂੰ ਆਪਣਾ ਮੁਕਤੀਦਾਤਾ ਕਬੂਲ ਕਰਨ ਨਾਲ ਸ਼ੁਰੂ ਹੁੰਦਾ ਹੈ। ਤੁਹਾਨੂੰ ਸੌਦਾ ਕਰਨਾ ਪਵੇਗਾ। ਤੁਹਾਨੂੰ ਕਹਿਣਾ ਪਵੇਗਾ, ਪ੍ਰਭੂ ਪਰਮੇਸ਼ਰ, ਮੈਂ ਜਾਣਦਾ ਹਾਂ ਮੈਂ ਪਾਪੀ ਹਾਂ ਅਤੇ ਮੈਂ ਬਹੁਤ ਵਾਰ ਅਸਫਲ ਹੋਇਆ ਹਾਂ। ਮੈਂ ਤੁਹਾਡੇ ਪੱਧਰ ਦਾ ਜੀਵਨ ਨਹੀਂ ਜੀ ਸਕਦਾ, ਇਸ ਲਈ ਮੈਨੂੰ ਯਿਸੂ ਦੀ ਲੋੜ ਹੈ ਅਤੇ ਮੈਂ ਉਸ ਨੂੰ ਆਪਣਾ ਮੁਕਤੀਦਾਤਾ ਅਤੇ ਜੋ ਉਸਨੇ ਮੇਰੇ ਲਈ ਸਲੀਬ ਤੇ ਕੀਤਾ ਹੈ ਉਸ ਨੂੰ ਕਬੂਲ ਕਰਦਾ ਹਾਂ। ਪ੍ਰਭੂ ਯਿਸੂ, ਆ ਅਤੇ ਮੇਰੇ ਦਿਲ ਵਿੱਚ ਵਾਸ ਕਰ। ਜਦੋਂ ਤੁਸੀਂ ਇਹ ਲੈਣ ਦੇਣ ਕਰਦੇ ਹੋ ਤਾਂ ਬਾਈਬਲ ਕਹਿੰਦੀ ਹੈ ਕਿ ਤੁਸੀਂ ਮੌਤ ਤੋਂ ਜੀਵਨ ਵਿੱਚ ਚਲੇ ਜਾਂਦੇ ਹੋ ਅਤੇ ਤੁਸੀਂ ਮਸੀਹੀ ਜਾਂ ਵਿਸ਼ਵਾਸੀ ਬਣ ਜਾਂਦੇ ਹੋ। ਅਤੇ ਅੱਜ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਕਰ ਚੁੱਕੇ ਹੋ? ਕਿਉਂਕਿ ਯਕੀਨਨ ਅੱਜ ਜਾਂ ਕੱਲ੍ਹ ਜਾਂ ਅਗਲੇ ਹਫ਼ਤੇ ਜਾਂ ਜ਼ਿੰਦਗੀ ਦੇ ਰਾਹ ਵਿੱਚ ਕਿਤੇ ਨਾ ਕਿਤੇ ਤੂਫਾਨ ਆਵੇਗਾ ਅਤੇ ਤੁਹਾਨੂੰ ਯਿਸੂ ਦੀ ਲੋੜ ਨਾ ਸਿਰਫ ਇੱਕ ਮੁਕਤੀਦਾਤਾ ਵਜੋਂ ਪਵੇਗੀ, ਪਰ ਤੁਹਾਨੂੰ ਉਸ ਦੀ ਲੋੜ ਤੁਹਾਡੀ ਜ਼ਿੰਦਗੀ ਨੂੰ ਚਲਾਉਣ ਲਈ ਵੀ ਪਵੇਗੀ। ਅਤੇ ਬਿਹਤਰ ਇਹੋ ਹੀ ਹੈ ਕਿ ਜਦ ਕਿ ਉਹ ਹੁਣ ਤੁਹਾਡੇ ਦਿਲ ਦੇ ਸੰਵੇਦਨਸ਼ੀਲ ਹੈ, ਤੁਸੀਂ ਇਸੇ ਵੇਲੇ ਉਸ ਨਾਲ ਸੰਬੰਧ ਕਾਇਮ ਕਰੋ। ਆਮੀਨ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਦੋਸਤੋ, ਤੁਸੀਂ ਦੇਖ ਰਹੇ ਸੀ ਆਪਣਾ ਮਨਪਸੰਦ ਪ੍ਰੋਗਰਾਮ ਦਿਸ਼ਾ ਪਰਿਵਰਤਨ ਅਤੇ ਅਸੀਂ ਪ੍ਰਭੂ ਯਿਸੂ ਜੀ ਅਤੇ ਜੀਵਨ ਦੇ ਤੂਫਾਨਾਂ ਬਾਰੇ ਚਰਚਾ ਕਰ ਰਹੇ ਸੀ। ਅਸੀਂ ਮਰਕੁਸ ਦੀ ਇੰਜੀਲ ਦੇ 4 ਅਧਿਆਏ ਦੀ 35 ਆਇਤ ਤੋਂ ਲੈ ਕੇ 41 ਆਇਤਾਂ ਤੱਕ ਦੇ ਵਚਨਾਂ ਉੱਤੇ ਗੌਰ ਕਰ ਰਹੇ ਸੀ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਦਾ ਵਚਨ ਹਮੇਸ਼ਾ ਸਾਮਰਥ ਦਾ ਵਸੀਲਾ ਹੁੰਦਾ ਹੈ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਸਾਨੂੰ
ਉਸ ਸਮੇਂ ਸੰਭਾਲਦੇ ਹਨ ਅਤੇ ਸਾਨੂੰ ਹੌਸਲਾ ਦਿੰਦੇ ਹਨ ਜਦ ਅਸੀਂ ਆਪਣੇ ਜੀਵਨ ਦੇ ਵਿੱਚ ਤੂਫਾਨਾਂ ਦੇ ਮੁਸ਼ਕਿਲ ਦੌਰਾਂ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ। ਦੋਸਤੋ, ਮਰਕੁਸ ਦੀ ਅੰਜੀਲ ਦੇ 4 ਅਧਿਆਏ ਦੇ ਵਿੱਚ ਇਸ ਕਹਾਣੀ ਵਿੱਚ ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਆਓ ਝੀਲ ਦੇ ਪਾਰ ਚੱਲੀਏ। ਪਰ ਜਦੋਂ ਉਹ ਝੀਲ ਦੇ ਵਿਚਕਾਰ ਪਹੁੰਚੇ ਤਾਂ ਇੱਕ ਵੱਡਾ ਤੂਫਾਨ ਝੀਲ ਦੇ ਵਿੱਚ ਆ ਗਿਆ। ਉੱਚੀਆਂ ਉੱਚੀਆਂ ਲਹਿਰਾਂ ਨੇ ਉਹਨਾਂ ਦੀ ਕਿਸ਼ਤੀ ਨੂੰ ਹਿਲਾ ਕੇ ਰੱਖ ਦਿੱਤਾ। ਉਹਨਾਂ ਦੀ ਕਿਸ਼ਤੀ ਤੂਫਾਨ ਵਿੱਚ ਫਸ ਗਈ ਅਤੇ ਬੁਰੀ ਤਰ੍ਹਾਂ ਹਿਚਕੋਲੇ ਖਾ ਰਹੀ ਸੀ। ਯਿਸੂ ਜੀ ਦੇ ਚੇਲੇ ਬੁਰੀ ਤਰ੍ਹਾਂ ਡਰ ਗਏ ਕਿ ਹੁਣ ਉਹ ਝੀਲ ਦੇ ਵਿੱਚ ਡੁੱਬ ਕੇ ਮਰ ਜਾਣਗੇ। ਉਹਨਾਂ ਨੇ ਯਿਸੂ ਜੀ ਨੂੰ ਕਿਹਾ ਕਿ ਹੇ ਪ੍ਰਭੂ, ਤੂੰ ਸੁੱਤਾ ਪਿਆ ਅਤੇ ਅਸੀਂ ਮਰੀ ਜਾ ਰਹੇ ਹਾਂ। ਪ੍ਰਭੂ ਯਿਸੂ ਜੀ ਨੇ ਤੂਫਾਨ ਨੂੰ ਡਾਂਟਿਆ ਅਤੇ ਸ਼ਾਂਤ ਹੋਣ ਦਾ ਹੁਕਮ ਦਿੱਤਾ। ਉਸੇ ਘੜੀ ਤੂਫਾਨ ਸ਼ਾਂਤ ਹੋ ਗਿਆ ਅਤੇ ਉਹ ਝੀਲ ਤੋਂ ਪਾਰ ਉੱਥੇ ਜਾ ਉਤਰੇ ਜਿੱਥੇ ਉਹਨਾਂ ਨੂੰ ਜਾਣਾ ਸੀ। ਦੋਸਤੋ, ਮੁਸੀਬਤਾਂ ਅਤੇ ਪਰੇਸ਼ਾਨੀਆਂ ਰੂਪੀ ਤੂਫਾਨਾਂ ਦਾ ਸਾਡੇ ਜੀਵਨ ਦੇ ਵਿੱਚ ਆਉਣਾ ਸੁਭਾਵਿਕ ਹੈ, ਪਰ ਜੇਕਰ ਪ੍ਰਭੂ ਯਿਸੂ ਜੀ ਸਾਡੇ ਨਾਲ ਹਨ ਤਾਂ ਸਾਨੂੰ ਕਿਸੇ ਵੀ ਪਰੇਸ਼ਾਨੀ ਤੋਂ ਘਬਰਾਉਣਾ ਨਹੀਂ ਚਾਹੀਦਾ। ਸਾਨੂੰ ਪ੍ਰਭੂ ਯਿਸੂ ਜੀ ਦੀ ਸ਼ਕਤੀ ਦੇ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ, ਕਿਉਂਕਿ ਪ੍ਰਭੂ ਯਿਸੂ ਜੀ ਪਰਮੇਸ਼ਵਰ ਹਨ ਅਤੇ ਉਹਨਾਂ ਨੂੰ ਹਨੇਰੀ ਅਤੇ ਤੂਫਾਨ ਦੇ ਉੱਤੇ ਵੀ ਅਧਿਕਾਰ ਹੈ। ਪ੍ਰਭੂ ਯਿਸੂ ਜੀ ਤੁਹਾਨੂੰ ਪਾਣੀ ਦੇ ਵਿੱਚ ਡੁੱਬਣ ਨਾ ਦੇਣਗੇ। ਜੇਕਰ ਪ੍ਰਭੂ ਯਿਸੂ ਜੀ ਦੇ ਉੱਤੇ ਤੁਹਾਡਾ ਵਿਸ਼ਵਾਸ ਪੱਕਾ ਹੈ ਤਾਂ ਯਾਦ ਰੱਖੋ, ਬਾਈਬਲ ਬਾਣੀ ਕਹਿੰਦੀ ਹੈ ਕਿ ਨਾ ਤਾਂ ਤੈਨੂੰ ਪਾਣੀ ਡੁਬੋਵੇਗਾ ਅਤੇ ਨਾ ਹੀ ਅੱਗ ਤੈਨੂੰ ਸਾੜੇਗੀ। ਤੁਸੀਂ ਜ਼ਰੂਰ ਇਹਨਾਂ ਮੁਸੀਬਤਾਂ ਵਿੱਚੋਂ ਪਾਰ ਨਿਕਲ ਜਾਓਗੇ। ਆਓ ਹੁਣ ਅਖੀਰ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਕਿ ਤੁਸੀਂ ਅੱਜ ਸਾਨੂੰ ਤੂਫਾਨਾਂ ਬਾਰੇ ਸਿਖਾ ਰਹੇ ਹੋ ਔਰ ਤੂਫਾਨ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਹਨ। ਪਿਤਾ ਪਰਮੇਸ਼ਰ, ਇਹ ਤੂਫਾਨ ਸਾਡੀ ਜ਼ਿੰਦਗੀਆਂ ਨੂੰ ਬੁਰੀ ਤਰ੍ਹਾਂ ਹਿਲਾ ਦਿੰਦੇ ਹਨ। ਪਿਤਾ ਪਰਮੇਸ਼ਰ, ਅਸੀਂ ਅੱਜ ਤੁਹਾਡੇ ਵਚਨ ਤੋਂ ਜਾਣਿਆ ਕਿ ਜੇਕਰ ਯਿਸੂ ਮਸੀਹ ਸਾਡੇ ਨਾਲ ਹੈ ਤਾਂ ਸਾਡਾ ਵਿਰੋਧੀ ਕੌਣ ਹੋ ਸਕਦਾ ਹੈ। ਪਿਤਾ ਜੀ, ਅਗਰ ਯਿਸੂ ਮਸੀਹ ਸਾਡੀ ਬੇੜੀ ਦੇ ਵਿੱਚ, ਸਾਡੀ ਕਿਸ਼ਤੀ ਦੇ ਵਿੱਚ ਹੈ ਤਾਂ ਅਸੀਂ ਤੂਫਾਨਾਂ ਤੋਂ ਪ੍ਰਭੂ ਜੀ ਪਾਰ ਨਿਕਲ ਸਕਦੇ ਹਾਂ। ਅੱਜ ਪ੍ਰਭੂ ਜੀ ਇਸ ਵਚਨ ਦੇ ਅਨੁਸਾਰ ਅਸੀਂ ਸਿੱਖਿਆ ਕਿ ਸਾਡਾ ਪ੍ਰਭੂ ਮਹਾਨ ਹੈ, ਕਿਉਂਕਿ ਉਹਨਾਂ ਨੂੰ ਕੁਦਰਤ ਦੇ ਉੱਤੇ, ਤੂਫਾਨਾਂ ਦੇ ਉੱਤੇ, ਹਨੇਰੀਆਂ ਦੇ ਉੱਤੇ, ਸਾਰਿਆਂ ਦੇ ਉੱਤੇ ਅਧਿਕਾਰ ਪ੍ਰਾਪਤ ਹੈ। ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ ਇਸ ਅੱਛੇ ਵਚਨ ਵਾਸਤੇ। ਹੁਣ ਦੋ ਪਿਤਾ ਪਰਮੇਸ਼ਰ, ਜਿੰਨੇ ਵੀ ਸਾਡੇ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖਦੇ ਹਨ ਔਰ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਪਿਤਾ ਪਰਮੇਸ਼ਰ ਕੋਈ ਤੂਫਾਨ ਚੱਲ ਰਹੇ ਆ, ਕੋਈ ਪ੍ਰਭੂ ਜੀ ਸਮੱਸਿਆਵਾਂ ਆ ਰਹੀਆਂ, ਪ੍ਰਭੂ ਯਿਸੂ ਮਸੀਹ ਜੀ ਉਹਨਾਂ ਦਾ ਨਿਸਤਾਰਾ ਕਰਨ ਵਾਸਤੇ ਉਹਨਾਂ ਦੇ ਨਾਲ ਹੋਵੋ ਪ੍ਰਭੂ ਜੀ। ਉਹਨਾਂ ਦੇ ਵਿਸ਼ਵਾਸ ਨੂੰ ਵਧਾਓ ਪਿਤਾ ਪਰਮੇਸ਼ਰ, ਤਾਂ ਕਿ ਪਿਤਾ ਪਰਮੇਸ਼ਰ ਇਸ ਗੱਲ ਨੂੰ ਜਾਣ ਲੈਣ ਕਿ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਨਾਲ ਹੈ ਔਰ ਉਹ ਆਪਣੇ ਤੂਫਾਨਾਂ ਤੋਂ, ਆਪਣੀ ਪਰੇਸ਼ਾਨੀਆਂ ਤੋਂ ਜ਼ਰੂਰ ਪਾਰ ਹੋ ਜਾਣਗੇ। ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਹਾਂ ਇਸ ਅੱਛੇ ਵਚਨ ਵਾਸਤੇ ਜੋ ਤੁਸੀਂ ਅੱਜ ਸਾਨੂੰ ਦਿੱਤਾ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇਵੇ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਦੇ ਲਈ ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।